ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਤੇ ਮਾਵਾਂ ਨੂੰ ਜੀ ਆਇਆਂ ਨੂੰ। ਅੱਜ ਦੀ ਗੱਲ ਹੈ ਸਾਬਰ ਮਿੱਠੂ ਪਲੱਸ। ਹਾਂਜੀ, ਨਵਾਂ ਚੌਧਰੀ ਨਿਜ਼ਾਮਦੀਨ ਤੇ ਨਵਾਂ ਸਾਬਰ ਮਿੱਠੂ। ਅੱਜ ਦੇ ਇਸ ਵੀਲੌਗ ਦੇ ਵਿੱਚ ਅਸੀਂ ਚਾਨਣ ਪਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਨਵਾਂ ਸਾਬਰ ਮਿੱਠੂ ਕੌਣ ਹੈ, ਕਿਉਂਕਿ ਹਜੇ ਤੱਕ ਤੇ ਪੁਰਾਣੇ ਸਾਬਰ ਮਿੱਠੂ ਦੇ ਪਾਏ ਹੋਏ ਕੰਮ ਹੀ ਆਵਾਮ ਦੇ ਕੋਲੋਂ ਨਹੀਂ ਭੁਗਤੇ ਜਾ ਰਹੇ। ਤੇ ਹੁਣ ਨਵਾਂ ਚੌਧਰੀ ਨਿਜ਼ਾਮਦੀਨ ਤੇ ਨਵਾਂ ਸਾਬਰ ਮਿੱਠੂ ਤੇ ਫਿਰ ਹੋਣ ਕੀ ਜਾ ਰਿਹਾ ਹੈ, ਇਹਦੇ ਤੇ ਤਫਸੀਲ ਨਾਲ ਚਾਨਣ ਪਾਉਂਦੇ ਆ। ਕਿਉਂਕਿ ਤੁਸੀਂ ਦਿਮਾਗ 'ਚ ਸੋਚ ਰਹੇ ਹੋਵੋਗੇ ਵੀ ਗਿੱਲ ਸਾਹਿਬ ਕਿਹੜੇ ਪਾਸੇ ਨੂੰ ਤੁਰ ਪਏ ਹੋ, ਸਾਬਰ ਮਿੱਠੂ ਪਲੱਸ ਵਾਲੇ ਪਾਸੇ ਨੂੰ। ਅਸਲ ਖਬਰਾਂ ਤੇ ਇਹ ਨੇ ਕਿ ਇਸ ਵੇਲੇ ਮਿਸਟਰ 10% ਮਤਲਬ ਆਸਿਫ ਜ਼ਰਦਾਰੀ ਸਾਹਿਬ ਪਾਕਿਸਤਾਨ ਦੀ ਫੌਜ ਦੇ ਕਮਾਂਡਰ ਇਨ ਚੀਫ ਬਣ ਗਏ ਨੇ। ਹਾਂਜੀ, ਜਿਹੜਾ ਸਦਰੇ ਪਾਕਿਸਤਾਨ ਹੁੰਦਾ ਹੈ ਉਹ ਸਾਡੀ ਫੌਜ ਦਾ ਕਮਾਂਡਰ ਇਨ ਚੀਫ ਹੁੰਦਾ ਹੈ, ਅਤੇ ਪੂਰੀ ਕੌਮ ਦਾ ਵੀ ਸਭ ਤੋਂ ਵੱਡਾ ਅਹੁਦਾ ਜਿਹੜਾ ਉਹ ਸਦਰੇ ਪਾਕਿਸਤਾਨ ਹੀ ਹੁੰਦਾ ਹੈ। ਤੁਸੀਂ ਤਾਂ ਇਸ ਵੇਲੇ ਮਾਤਮ ਕਰ ਰਹੇ ਹੋਵੋਗੇ, ਮਾਯੂਸੀ ਕਰ ਰਹੇ ਹੋਵੋਗੇ, ਪਰ ਮਾਯੂਸੀ ਕਰਨ ਦੀ ਲੋੜ ਕੋਈ ਨਹੀਂ ਹੈ। ਉਹਦੀ ਵਜ੍ਹਾ ਹੈ ਵੀ ਤੁਹਾਨੂੰ ਪਤਾ ਹੈ ਸਾਡੇ ਬੰਦੇ ਸਿਆਣੇ ਨੇ, ਸਪੈਸ਼ਲੀ ਸਾਡਾ ਚੌਧਰੀ ਨਿਜ਼ਾਮਦੀਨ ਸਿਆਣਾ ਹੈ। ਆਖਰ ਉਹਨਾਂ ਨੇ ਕੁੱਟ ਪਿੰਨ ਕੇ, ਖੋਹ ਧਰੂ ਕੇ, ਮੈਂਡੇਟ ਚੋਰੀ ਕਰਕੇ, ਇਮਰਾਨ ਖਾਨ ਨੂੰ ਜੇਲੇ ਪਾ ਕੇ, 200 ਮੁਕੱਦਮੇ ਕਰਕੇ, PTI ਭੰਨ ਕੇ, ਪ੍ਰੈਸ ਕਾਨਫਰੰਸਾਂ ਕਰਾ ਕੇ, ਜ਼ਨਾਨੀਆਂ ਅੰਦਰ ਦੇ ਕੇ, ਕਾਗਜ਼ਾਤ ਨਾਮਜ਼ਦਗੀ ਖੋਹ ਕੇ, ਤਈਦ ਤਜਵੀਜ਼ ਕਨੰਦਾ ਖੋਹ ਕੇ, ਫਾਰਮ 45, ਫਾਰਮ 47, ਸਾਰੀ ਜਾਲਸਾਜ਼ੀ, ਸਾਰੀ ਕਾਲਕ ਮਲ ਕੇ ਪਾਕਿਸਤਾਨ ਦੇ ਸਿਸਟਮ ਦੇ ਉੱਤੇ। ਅਤੇ ਜਦੋਂ ਸਾਡਾ ਚੌਧਰੀ ਨਿਜ਼ਾਮਦੀਨ ਆਪ ਆਪਣਾ ਕਮਾਂਡਰ ਇਨ ਚੀਫ ਲੈ ਕੇ ਆਇਆ ਹੈ, ਅਤੇ ਕੋਈ ਗੱਲ ਤਾਂ ਹੋਏਗੀ ਨਾ ਉਹਦੇ ਵਿੱਚ। ਕਮਲਿਓ, ਉਹ ਧਿਆਨ ਨਾਲ ਵੇਖੋ, ਤੁਹਾਨੂੰ ਨਹੀਂ ਨਜ਼ਰ ਆਉਣ ਡਿਆ, ਤੁਹਾਨੂੰ ਐਵੇਂ ਬੋ ਆਉਣ ਡਈ ਇਸ ਗਟਰ ਦੇ ਵਿੱਚੋਂ। ਚਮਚੇ ਪਾ ਪਾ ਕੇ ਤੁਸੀਂ ਇਹਨੂੰ ਖਾਓ, ਇਹ ਆਈਸਕ੍ਰੀਮ ਦਿੱਤੀ ਗਈ ਹੈ ਤੁਹਾਨੂੰ। ਮੇਰੀ ਜਾਨ ਦੇ ਟੋਟਿਓ, ਤੁਸੀਂ ਐਵੇਂ ਪਰੇਸ਼ਾਨ ਹੋ ਜਾਂਦੇ ਹੋ। ਚੌਧਰੀ ਅਕਬਰ ਅਲੀ ਐਵੇਂ ਪਰੇਸ਼ਾਨ ਹੋ ਜਾਂਦਾ ਹੈ ਵੀ ਇਹ ਜਨਾਬ ਬੜਾ ਗਲਤ ਕੰਮ ਹੋ ਗਿਆ। ਐਵੇਂ ਤੁਹਾਨੂੰ ਮੈਂ ਵੀ ਗਲਤ ਦੱਸਦਾ ਰਿਹਾ ਤੁਹਾਨੂੰ, ਇਮਰਾਨ ਖਾਨ ਸਾਹਿਬ ਵੀ ਗਲਤ ਦੱਸਦੇ ਰਹੇ ਨੇ, ਤੁਹਾਡਾ ਆਪਣਾ ਦਿਲ ਵੀ ਤੁਹਾਨੂੰ ਗਲਤ ਹੀ ਦੱਸਦਾ ਰਿਹਾ। ਇਹ ਜਿਹੜੀਆਂ ਇੰਟਰਨੈਸ਼ਨਲ ਅਖਬਾਰਾਂ ਨੇ ਨਾ, ਜਿਹੜੀਆਂ ਬੜੀਆਂ ਬੜੀਆਂ ਮੰਨੀਆਂ ਪਰਮੰਨੀਆਂ, ਮੈਂ ਵਿਖਾ ਵੀ ਰਿਹਾ ਤੁਹਾਨੂੰ, ਜਿਹੜੀਆਂ ਆਸਿਫ ਜ਼ਰਦਾਰੀ ਸਾਹਿਬ ਨੂੰ ਮਿਸਟਰ 10% ਆਖਦੀਆਂ ਰਹੀਆਂ ਨੇ, ਫਿਰ ਉਹ ਆਖਦੀਆਂ ਰਹੀਆਂ ਨੇ ਕਿ ਜਨਾਬ ਇਹ ਹੱਥ ਮਿਲਾਓਗੇ ਨਾ ਜ਼ਰਦਾਰੀ ਸਾਹਿਬ ਨਾਲ ਤੇ ਆਪਣੀਆਂ ਉਂਗਲਾਂ ਗਿਣ ਲਓ। ਇਹ ਅਸੀਂ ਨਹੀਂ ਆਖਣ ਡਏ, ਇਹ ਗੋਰਿਆਂ ਦੀਆਂ ਅਖਬਾਰਾਂ ਆਖਦੀਆਂ ਰਹੀਆਂ ਨੇ। ਫਿਰ ਆਸਿਫ ਜ਼ਰਦਾਰੀ ਸਾਹਿਬ ਨੇ ਮੁਬੈਨਾ ਤੌਰ 'ਤੇ ਰਿਪੋਰਟਡਲੀ ਸੁਣਿਆ ਸੀ ਕਿ ਜਨਾਬ ਨਿਊਯਾਰਕ ਦੇ ਇੱਕ ਡਾਕਟਰ ਦੇ ਕੋਲੋਂ ਸਰਟੀਫਿਕੇਟ ਲਿਆ ਅਤੇ ਆਖਿਆ ਮੈਂ ਪਾਗਲ ਹਾਂ। ਡਾਕਟਰ ਨੇ ਆਖਿਆ ਤਾਂ ਜ਼ਿਹਨੀ ਤਵਾਜ਼ਨ ਠੀਕ ਨਹੀਂ ਹੈ, ਅਤੇ ਉਹ ਜਮ੍ਹਾਂ ਕਰਾਇਆ ਸਵਿਟਜ਼ਰਲੈਂਡ ਦੀ ਅਦਾਲਤ ਦੇ ਵਿੱਚ, ਕਿਉਂਕਿ ਉੱਥੇ ਵੀ ਠੱਗੀ ਔਰ ਫਰਾਡ ਔਰ ਧੋਖੇ ਦਾ ਕੋਈ ਕੇਸ ਚੱਲ ਰਿਹਾ ਸੀ, ਕੋਈ ਪੈਸਾ ਪੂਸਾ ਲੁੱਟਣ ਦਾ। ਉਹ ਤੋਂ ਜਾਨ ਛੜਾਈ। ਫਿਰ ਹੁਣ 2 ਦਿਨ ਪਹਿਲੇ ਹੀ ਕਿਸਮਤ ਜ਼ਮੀਰੀ ਸਾਹਿਬ ਨੇ ਇੱਕ ਆਪਣੀ ਖਬਰ ਦਿੱਤੀ ਸੀ, ਵਿਕੀ ਲੀਕ ਦਾ ਇੱਕ ਕਾਗਜ਼ ਦੱਸਿਆ ਸੀ, ਜਿਹਦੇ 'ਚ ਉਹਨਾਂ ਇਹ ਦੱਸਿਆ ਕਿ ਮੁਰਤਜ਼ਾ ਬੁਖਾਰੀ ਨਾਂ ਦਾ ਇੱਕ ਬਰਤਾਨੀਆ 'ਚ ਰਹਿਣ ਵਾਲਾ, ਵਲੈਤ 'ਚ ਰਹਿਣ ਵਾਲਾ ਪਾਕਿਸਤਾਨੀ ਪਾਕਿਸਤਾਨ ਆਇਆ, ਉਹਦੀ ਲੱਤ ਦੇ ਨਾਲ ਬੰਬ ਬੰਨਿਆ। ਜ਼ਰਦਾਰੀ ਸਾਹਿਬ ਨੇ ਉਹਦੀ ਲੱਤ ਨਾਲ ਬੰਬ ਬੰਨਿਆ ਅਤੇ ਉਹਨੂੰ ਰਿਮੋਟ ਕੰਟਰੋਲ ਬੰਬ, 1990 ਦੀ ਗੱਲ ਹੈ, ਇਹ ਹੋਰ ਕੋਈ ਨਹੀਂ ਕਰਨ ਡਿਆ, ਇਹ ਕੋਈ ਅਸੀਂ ਨਹੀਂ ਕਰਨ ਡੇ ਸਿਆਸੀ ਮੁਖਾਲਫ। ਇਹ ਅਮਰੀਕੀ ਅੰਬੈਸੀ ਨੇ ਇਹ ਆਪਣੀ ਰਿਪੋਰਟ ਬਣਾ ਕੇ ਅਮਰੀਕੀ ਸਦਰ ਨੂੰ ਘੱਲੀ, ਔਰ ਉਹ ਰਿਪੋਰਟ ਵਿਕੀ ਲੀਕ ਵਾਲਿਆਂ ਨੇ ਬਾਅਦ 'ਚ ਲੀਕ ਕਰ ਦਿੱਤੀ। ਉਸ ਰਿਪੋਰਟ 'ਚ ਲਿਖਿਆ, ਜਦੋਂ 1990 'ਚ ਇਹਨਾਂ ਨੇ ਪਹਿਲੀ ਵਾਰੀ ਫੜੇ ਗਏ ਸਨ, ਉਹਦੇ ਬਾਰੇ ਇਹ 2008 'ਚ ਅਮਰੀਕਾ ਵਾਲਿਆਂ ਨੇ ਰਿਪੋਰਟ ਬਣਾਈ ਸੀ। 2008 'ਚੋਂ ਲਿਖ ਕੇ ਭੇਜਦੇ ਨੇ ਵੀ ਜਿਹੜਾ ਬੰਦਾ ਸਦਰ ਬਣਨ ਲੱਗਾ ਨਾ, ਮਤਲਬ ਸਾਡੀ ਫੌਜ ਦਾ ਕਮਾਂਡਰ ਇਨ ਚੀਫ, ਇਹ 2008 ਦੀ ਗੱਲ ਕਰਨਾ, ਹੁਣ ਤੇ ਉਹ ਫਿਰ ਬਣਨ ਲੱਗੇ ਨੇ। ਇਹਨਾਂ ਨੇ ਇੰਝ ਰਿਮੋਟ ਕੰਟਰੋਲ ਬੰਬ ਬੰਨਿਆ ਸੀ ਬੰਦੇ ਦੇ, ਤੇ ਉਹਦੇ ਕੋਲੋਂ ਪੈਸੇ ਠੱਗੇ ਸਨ। ਹੁਣ ਮੈਨੂੰ ਦੱਸੋ ਵੀ ਜਦੋਂ ਅਸੀਂ ਆਪਣਾ ਕਮਾਂਡਰ ਇਨ ਚੀਫ ਕੋਈ ਇਮਰਾਨ ਖਾਨ ਵਰਗਾ ਬੰਦਾ ਲਿਆਵਾਂਗੇ, ਦੱਸੋ ਐਵੇਂ ਉਹ ਤਾਂ ਸ਼ੌਕਤ ਖਾਨ ਹਸਪਤਾਲ ਬਣਾਉਂਦਾ ਹੈ, ਉਹ ਆਪਣਾ ਜਿਹੜਾ ਆਪਣਾ ਯੂਨੀਵਰਸਿਟੀਆਂ ਬਣਾਉਂਦਾ, ਗਰੀਬਾਂ ਵਾਸਤੇ ਹੈਲਥ ਕਾਰਡ ਦਿੰਦਾ, ਕ੍ਰਿਕਟ ਦੇ ਵਿੱਚ ਵਰਲਡ ਕੱਪ ਜਿੱਤਦਾ, ਉਹਦਾ ਦੱਸੋ ਲੜਾਈ ਪੜ੍ਹਾਈ ਦੇ ਵਿੱਚ ਕੀ ਕੰਮ ਹੈ। ਹੁਣ ਅਗਰ ਇਹ ਕਮਾਂਡਰ ਇਨ ਚੀਫ ਨੂੰ ਆਪਾਂ ਭੇਜ ਦਈਏ ਕਿਸੇ ਜਗ੍ਹਾ 'ਤੇ ਇੰਡੀਆ ਸ਼ਿੰਡੀਆ, ਅਤੇ ਸੋਚੋ ਉਹਨਾਂ ਦੇ ਅਗਰ ਵਜ਼ੀਰ ਆਜ਼ਮ ਦੀ ਲੱਤ ਨਾਲ ਬੰਬ ਬੰਨ ਕੇ ਅਤੇ ਕਿਹੜੀਆਂ ਕਿਹੜੀਆਂ ਗੱਲਾਂ ਨਹੀਂ ਬਣਾ ਲੇਗਾ। ਅਤੇ ਕਮਾਂਡਰ ਇਨ ਚੀਫ ਸਾਡਾ ਚੌਧਰੀ ਨਿਜ਼ਾਮਦੀਨ ਆਪਣਾ ਲੈ ਕੇ ਆਇਆ, ਅਤੇ ਐਵੇਂ ਤਾਂ ਨਹੀਂ ਲੈ ਕੇ ਆਇਆ ਨਾ। ਹੁਣ ਤੁਸੀਂ ਵੀ ਤਾਂ ਹਰ ਚੀਜ਼ ਦੇ ਉੱਤੇ ਹੀ ਜਿਹੜਾ ਨਾ ਉਹ ਸ਼ੱਕ ਸ਼ੁਬਾ ਸ਼ੁਰੂ ਕਰ ਦਿੰਦੇ ਹੋ। ਇਹ ਵੀ ਕੋਈ ਚੰਗੀ ਗੱਲ ਨਹੀਂ ਤੁਹਾਡੀ। ਉਹਦੀ ਵਜ੍ਹਾ ਇਹ ਹੈ ਕਿ ਵੇਖੋ, ਇੱਕ ਪਾਸੇ ਤੁਹਾਡੀ ਅਕਲ ਹੈ, ਤੁਸੀਂ ਐਵੇਂ ਬੇਵਕੂਫ ਜੇ ਲੋਕ ਹੋ, ਤੁਹਾਨੂੰ ਐਡੀ ਨਾ ਕੋਈ ਅਕਲ ਹੈ ਨਾ ਮੌਤ ਹੈ। ਚੌਧਰੀ ਨਿਜ਼ਾਮਦੀਨ ਇੱਕ ਪੂਰਾ ਸਿਸਟਮ ਹੈ, ਇੱਕ ਪੂਰਾ ਉੱਥੇ ਲੋਕੀ ਬਹਿੰਦੇ ਨੇ, ਕਿੰਨੇ ਸਾਰੇ ਬੰਦੇ ਨੇ, ਪੂਰਾ ਅਦਾਰਾ ਹੈ। ਉਹ ਪੂਰੇ ਅਦਾਰੇ ਨੇ ਸੋਚ ਕੇ, ਮਸ਼ਵਰਾ ਕਰਕੇ, ਇਕੱਠੇ ਹੋ ਕੇ, ਇੱਕ ਮੇਰਾ ਮਤਲਬ ਇਮਰਾਨ ਖਾਨ ਦੀ ਪਹਿਲਾਂ ਹਕੂਮਤ ਸੁੱਟੀ, ਫਿਰ ਜੇਲੇ ਦਿੱਤਾ, ਮੈਂ ਦੱਸਿਆ ਤੁਹਾਨੂੰ ਜੋ ਕੁਝ ਕੀਤਾ, ਜ਼ਨਾਨੀਆਂ ਨੂੰ ਜੇਲਾਂ 'ਚ ਦਿੱਤਾ, ਸਾਰਾ ਕੁਝ ਕਰਕੇ ਆਖਰ 'ਤੇ ਉਹਨਾਂ ਸ਼ਹਿਬਾਜ਼ ਸ਼ਰੀਫ ਸਾਹਿਬ ਨੂੰ ਚੁਣਿਆ ਹੀਰਾ ਇੱਕ, ਅਤੇ ਦੂਜਾ ਹੀਰਾ ਉਹਨਾਂ ਨੇ 10% ਨੂੰ ਚੁਣਿਆ ਅਤੇ 10% ਨੂੰ ਆਪਣਾ ਬੌਸ ਬਣਾਇਆ, ਕਮਾਂਡਰ ਇਨ ਚੀਫ ਬਣਾਇਆ। ਉਹਨਾਂ ਆਖਿਆ ਜਦੋਂ ਮੀਆਂ ਬੀਵੀ ਰਾਜ਼ੀ ਤੇ ਕੀ ਕਰੇਗਾ ਕਾਜ਼ੀ। ਜਦੋਂ ਜਿਹੜੇ ਕਮਾਂਡਰ ਰਾਜ਼ੀ ਨੇ ਆਪਣਾ ਚੀਫ ਬਣਾਉਣ ਨੂੰ ਕਿਸੇ ਬੰਦੇ ਦਾ, ਤੇ ਤੁਸੀਂ ਅਸੀਂ ਕੀ ਕਰਾਂਗੇ।
ਸਾਨੂੰ ਹੀ ਪਤਾ ਨਹੀਂ ਲੱਗਾ ਜ਼ਰਦਾਰੀ ਸਾਹਿਬ ਦੇ ਕੀ ਫਵਾਇਦ ਨੇ, ਇਹ ਸਾਨੂੰ ਪਹਿਲਾਂ ਦੱਸ ਦਿੰਦੇ। ਸਾਨੂੰ ਪਹਿਲਾਂ ਦੱਸਦੇ ਹੀ ਨਹੀਂ ਰਹੇ ਸਾਡੇ ਸੱਜਣ ਜਿਹੜੇ ਨਿਜ਼ਾਮਦੀਨ ਸਾਹਿਬ ਕਿ ਇਹ ਜਿਹੜੇ ਜ਼ਰਦਾਰੀ ਸਾਹਿਬ ਤੇ ਸ਼ਹਿਬਾਜ਼ ਸ਼ਰੀਫ ਸਾਹਿਬ ਦੇ ਫਾਇਦੇ ਨੇ, ਹਾਲਾਂਕਿ ਸਾਨੂੰ ਪਹਿਲਾਂ ਦੱਸਦੇ ਰਹੇ ਵੀ ਇਹ ਚੋਰ ਨੇ, ਇਹਨਾਂ ਦੇ ਪਿੱਛੇ ਲੱਗ ਕੇ ਅਸੀਂ ਆਪਣੀ ਆਖਰਤ ਵੀ ਖਰਾਬ ਕੀਤੀ। ਹੁਣ ਤਾਂ ਇਹ ਲੱਗਦਾ ਵੀ ਮਰ ਕੇ ਜਦੋਂ ਉੱਤੇ ਜਾਵਾਂਗੇ ਤਾਂ ਉੱਤੇ ਵੀ ਜੀ ਕਰੇ ਇਹੀ ਖਿਲਾਰੇ ਹੁਣ ਚੌਧਰੀ ਨਿਜ਼ਾਮਦੀਨ ਨੇ। ਜੇ ਚੌਧਰੀ ਨਿਜ਼ਾਮਦੀਨ ਦੀ ਚੱਲੀ ਨਾ ਤੋਬਾ ਨਾਊਜ਼ ਬਿੱਲਾ ਉੱਤੇ ਕੋਈ, ਤੇ ਹੋ ਸਕਦਾ ਜੰਨਤ ਦੋਜ਼ਖ ਦੇ ਦਰਵਾਜ਼ੇ ਤੇ ਵੀ ਇਹੀ ਖਿਲਾਰੇ ਹੁਣ ਸਾਡੇ ਕਾਗਜ਼ਾਤ ਚੈੱਕ ਕਰਨ ਵਾਸਤੇ। ਸਾਡੀ ਕਿਸਮਤ ਹੀ ਭੈੜੀ ਹੈ, ਸਾਡੀ ਕਿਸਮਤ 'ਚ ਇਹ ਹੀ ਨੇ। ਆਪ ਤੁਸੀਂ ਗੌਰ ਕਰੋ ਵੀ ਅਸੀਂ ਤਾਂ ਚਲੋ ਜਿਹੜੀ ਗਲਤੀ ਕਰਦੇ ਸਾਂ, ਇਸ ਵਾਰੀ ਤੇ ਡੰਡਾ ਫੇਰ ਕੇ ਚੌਧਰੀ ਨਿਜ਼ਾਮਦੀਨ ਇਹਨਾਂ ਨੂੰ ਲੈ ਕੇ ਆਇਆ, ਆਪਣੇ ਵੀ ਸਿਰ ਤੇ ਭਾਇਆ ਤੇ ਸਾਡੇ ਤੇ ਭਾਇਆ। ਹੁਣ ਉਹਨੇ ਵਾਪਸ, ਤੁਸੀਂ ਗੱਲ ਲੰਮੀ ਹੋ ਗਈ ਕਿਉਂਕਿ ਮੈਂ ਇਹ ਆਖਿਆ ਵੀ ਤੁਸੀਂ ਸੋਚਦੇ ਹੋਵੋਗੇ ਵੀ ਖਬਰ ਤੇ ਅੱਜ ਦੀ ਇਹ ਹੈ। ਗਿੱਲ ਸਾਹਿਬ ਤੁਸੀਂ ਕਿਹੜੇ ਕੰਮ ਨੂੰ ਪੈ ਗਏ ਹੋ? ਖਬਰ ਜ਼ਾਹਿਰ ਹੈ ਇਹ ਵੀ ਹੈਗੀ ਹੈ ਕਿ ਇਸ ਵੇਲੇ ਸਾਰਾ ਟੱਬਰ ਜਿਹੜਾ ਆਂਦਾ ਸੀ ਇੱਕ ਦੂਜੇ ਨੂੰ ਚੋਰ, ਉਹਨਾਂ ਨੇ ਉਸੇ ਜ਼ਰਦਾਰੀ ਨੂੰ ਵੋਟ ਵੀ ਦਿੱਤੇ ਨੇ ਜਿਹੜੇ ਇੱਕ ਦੂਜੇ ਦੇ ਮੁਖਾਲਫ ਸਨ। ਲੇਕਿਨ ਅਸਲ ਅੱਜ ਦੀ ਜਿਹੜੀ ਗੱਲ ਹੈ ਨਾ ਉਹਦੇ ਧਿਆਨ ਹੈ ਸਾਬਰ ਮਿੱਠੂ ਪਲੱਸ। ਚੇਤਾ ਹੋਏਗਾ ਤੁਹਾਨੂੰ ਸਾਬਰ ਮਿੱਠੂ ਸਾਹਿਬ ਜਨਰਲ ਬਾਜਵਾ ਸਾਹਿਬ ਦੇ ਸਮਧੀ, ਜਿਨ੍ਹਾਂ ਉਹਨਾਂ ਨੂੰ ਐਸੇ ਗੁਰਗੇ ਦਿੱਤੇ, ਐਸੇ ਤਰੀਕੇ ਦਿੱਤੇ ਕਿ ਰਾਤੋਂ ਰਾਤ ਉਹ ਹਜ਼ਾਰਾਂ ਕਰੋੜ ਦੇ ਮਾਲਕ ਬਣ ਗਏ। ਉਹ ਸਿਰਫ ਅਹਿਮਦ ਨੂਰਾਨੀ ਸਾਹਿਬ ਨੇ ਜਿਹੜੀ ਇੱਕ ਸਟੋਰੀ ਕੀਤੀ ਸੀ 12 ਅਰਬ ਤੇ ਉਹਦੇ 'ਚੋਂ ਨਿਕਲਿਆ ਸੀ। ਉਹ ਸਮਝਦੇ ਨਾ ਪਿੰਡਾਂ ਦੇ ਵਿੱਚ ਇੱਕ ਛੰਨੇ 'ਚ ਕੋਈ ਛੋਟੀ ਮੋਟੀ ਸ਼ੈ ਰੱਖੀ ਹੁੰਦੀ ਪਾਸੇ 'ਤੇ, ਉਹ ਮੇਰਾ ਮਤਲਬ ਟੋਕਰੀ ਥੱਲੇ ਮੇਨ ਮਾਲ ਹੁੰਦਾ, ਛੰਨੇ ਦੇ ਥੱਲੇ ਵੀ ਕੁਛ ਨਾ ਕੁਛ ਨਿਕਲ ਆਉਂਦਾ। ਇਹ ਛੰਨਾ ਜਿਹੜਾ ਨਾ ਉਹ ਇੱਕ ਪਿਆਲਾ ਨਵਾਂ ਚੀਜ਼ ਤੁਸੀਂ ਉਹਨੂੰ ਆਖੋ, ਜਿਹੜੀ ਪਿੱਤਲ ਦੀ ਬਣੀ ਹੁੰਦੀ ਸੀ ਉਹਨੂੰ ਛੰਨਾ ਆਖੀਦਾ ਸੀ, ਅਤੇ ਉਹ ਛੰਨੇ ਦੇ ਥੱਲੇ ਵੀ ਛੋਟਾ ਮੋਟਾ ਮਾਲ ਨਿਕਲ ਆਉਂਦਾ। ਇਹ 12 ਅਰਬ ਤੇ ਬਾਜਵਾ ਸਾਹਿਬ ਦੇ ਛੰਨੇ ਥੱਲੇ ਨਿਕਲੇ ਸਨ। ਅਸਲ ਮਾਲ ਤੇ ਪਤਾ ਨਹੀਂ ਕਿੰਨੇ ਹਜ਼ਾਰਾਂ ਅਰਬਾਂ ਦਾ ਹੋਣਾ ਜਿਹੜਾ ਸਿੱਧਾ ਕੀਤਾ, ਵਰਨਾ ਐਡੀ ਜਿਹੜੀ ਖੇ ਖਾਧੀ ਬਾਜਵਾ ਸਾਹਿਬ ਨੇ ਉਹ ਖਾਂਦੇ, ਮਤਲਬ ਅੱਖੀਂ ਵੇਖੀ ਖੇ ਖਾਧੀ ਜਾਂਦੀ ਹੈ। ਇੱਥੇ ਤੇ ਮੱਖੀ ਪੈ ਜਾਏ ਚਾਹ 'ਚ ਤੇ ਬੰਦੇ ਕੋਲੋਂ ਚਾਹ ਨਹੀਂ ਪੀਤੀ ਜਾਂਦੀ। ਚੌਧਰੀ ਸਾਹਿਬ ਮੱਖੀ ਲੱਸੀ 'ਚ ਪੀ ਜਾਏ ਜਾਂ ਚਾਹ 'ਚ ਪੈ ਜਾਏ ਤੇ ਉਹ ਬੰਦੇ ਕੋਲੋਂ ਨਾ ਲੱਸੀ ਪੀਤੀ ਜਾਂਦੀ ਹੈ ਨਾ ਮੱਖੀ ਪੀਤੀ ਜਾਂਦੀ। ਉਹ ਗੱਲ ਹੋਰ ਹੈ, ਬਾਜਵਾ ਸਾਹਿਬ ਵਰਗਾ ਬੰਦਾ ਹੋਵੇ ਤੇ ਉਹ ਦਿਲ ਨੂੰ ਇਹ ਸਮਝਾ ਲੈਂਦਾ ਵੀ ਚਲੋ ਮੱਖੀ ਹੈ ਨਾ, ਅਗਰ ਉਹ ਲੱਸੀ ਦੇ ਗਲਾਸ 'ਚ ਪੈ ਗਈ ਹੈ ਜਾਂ ਚਾਹ ਦੇ ਵਿੱਚ ਪੈ ਗਈ ਹੈ ਮੱਖੀ, ਤੇ ਮੱਖੀ ਕਿੰਨੀ ਕੁ ਚਾਹ ਪੀ ਲੂਗੀ ਜਾਂ ਕਿੰਨੀ ਕੁ ਲੱਸੀ ਪੀ ਲੂਗੀ? ਮੱਖੀ ਨੂੰ ਕੱਢ ਕੇ ਬਾਹਰ ਸੁੱਟੋ ਤੇ ਚੁੱਪ ਕਰਕੇ ਆਪਣੀ ਚਾਹ ਤੇ ਆਪਣੀ ਲੱਸੀ ਪੀਓ। ਬਾਜਵਾ ਸਾਹਿਬ ਵਰਗਾ ਬੰਦਾ ਹੋਵੇ ਤਾਂ ਇਹੀ ਸੋਚੇਗਾ। ਇਸੇ ਵਜ੍ਹਾ ਤੋਂ ਤੇ ਇਸ ਮੱਖੀ ਨੂੰ ਕੱਢ ਕੇ ਤੇ ਇੱਥੋਂ ਤੱਕ ਲੈ ਕੇ ਆਏ ਨੇ। ਬਹਰਹਾਲ ਹੁਣ ਉਹ ਚਲੇ ਗਏ, ਨਾਲ ਉਹਨਾਂ ਦਾ ਸਾਬਰ ਮਿੱਠੂ ਵੀ ਚਲਾ ਗਿਆ ਜਿਹਨੇ ਉਹਨਾਂ ਨੂੰ ਇਹ ਸਾਰਾ ਕੁਝ ਕੰਮ ਕੀਤਾ। ਨਵੇਂ ਆਏ ਨੇ ਚੌਧਰੀ ਨਿਜ਼ਾਮਦੀਨ ਸਾਹਿਬ, ਨਵਾਂ ਸਾਬਰ ਮਿੱਠੂ, ਹਾਂਜੀ, ਜਿਹਨੂੰ ਅਸੀਂ ਸਾਬਰ ਮਿੱਠੂ ਪਲੱਸ ਆਖਣ ਡਏ। ਉਹਨਾਂ ਦਾ ਨਾਂ ਜੇ, ਸਾਰੇ ਸੋਚੋ ਵੀ ਉਹਨਾਂ ਦਾ ਨਾਂ ਕੀ ਹੋਏਗਾ? ਮੋਹਸਨ ਨਕਵੀ ਸਾਹਿਬ। ਹਾਂਜੀ, ਮੋਹਸਨ ਨਕਵੀ ਸਾਹਿਬ ਨੂੰ ਪਹਿਲਾਂ ਅਸੀਂ ਨਿਗਰਾਨ ਵਜ਼ੀਰ ਆਲਾ ਪੰਜਾਬ ਬਣਾਇਆ। ਉਹਨਾਂ ਇੱਥੇ ਆ ਕੇ ਆਪਣਾ ਮੁਕੰਮਲ ਕੰਮ ਜਿਹੜਾ ਸ਼ਬ-ਸ਼ਬਾ ਕੀਤਾ ਸੀ ਨਾ, ਸ਼ਬ-ਸ਼ਬਾ ਤੁਸੀਂ ਇਹੀ ਸਮਝਦੇ ਹੋ ਨਾ, ਆਵਾਮ ਦੀਆਂ ਨਾੜਾਂ ਦੇ ਵਿੱਚੋਂ ਖੂਨ ਕੱਢਣਾ, ਜਿਹੜਾ ਹੁਣ ਇਸ ਵੇਲੇ ਬਾਜੀ ਨੇ ਕੱਢਣਾ। ਸੜਕਾਂ ਬਣਾ ਰਹੀ ਹੈ ਅਤੇ ਹਰ ਪਾਸਿਓਂ ਠੇਕੇ, ਅਤੇ ਬਨਾਸਪਤੀ ਘਿਓ ਵੰਡ ਰਹੀ ਹੈ ਅਤੇ ਉਹਦੇ ਵਿੱਚੋਂ ਵੀ ਆਪਣਿਆਂ ਨੂੰ ਠੇਕੇ, ਹਰ ਪਾਸੇ ਤੁਹਾਨੂੰ ਟੀਕੇ ਲੱਗ ਰਹੇ ਨੇ। ਇਸ ਤਰ੍ਹਾਂ ਹੀ ਉਹਨਾਂ ਲਾਏ। ਫਿਰ ਜਿਹੜਾ ਸਭ ਤੋਂ ਪੈਸੇ ਵਾਲਾ ਕੰਮ ਹੈ ਨਾ, ਉਹ ਪਾਕਿਸਤਾਨ ਕ੍ਰਿਕਟ ਬੋਰਡ ਹੈ। ਫਿਰ ਉਹਨਾਂ ਨੂੰ ਉੱਥੇ ਘੱਲ ਦਿੱਤਾ। ਹੁਣ ਫੈਸਲਾ ਇਹ ਕੀਤਾ ਕਿ ਉਹਨਾਂ ਨੂੰ ਚੌਧਰੀ ਨਿਜ਼ਾਮਦੀਨ ਨੇ ਫੈਸਲਾ ਕੀਤਾ ਹੈ ਕਿ ਅਸੀਂ ਵਜ਼ੀਰੇ ਖਜ਼ਾਨਾ ਤੋਂ ਇੱਕ ਔਰੰਗਜ਼ੇਬ ਸਾਹਿਬ ਨੂੰ ਲਿਆ ਰਹੇ ਨੇ, ਉਹ ਵੀ ਆਪਣਾ ਹੀ ਬੰਦਾ ਹੈ, ਅਤੇ ਅਸੀਂ ਹੁਣ ਫੈਸਲਾ ਇਹ ਕਰੀਏ ਕਿ ਵਜ਼ੀਰੇ ਦਾਖਲਾ ਵੀ ਆਪਣਾ ਲਿਆਉਣਾ। ਸੋਚਦੇ ਹੋ ਵੀ ਦਾਖਲੇ ਦਾ ਕੀ ਕੰਮ ਹੈ? ਜਨਾਬ ਤੁਹਾਨੂੰ ਦੱਸਣੇ ਦਾਖਲੇ ਦਾ ਕੀ ਕੰਮ ਹੈ। ਸਾਰੇ ਏਅਰਪੋਰਟ ਵਜ਼ੀਰੇ ਦਾਖਲਾ ਦੇ ਥੱਲੇ, ਸਾਰਾ ਕਸਟਮ ਵਜ਼ੀਰੇ ਦਾਖਲਾ ਦੇ ਥੱਲੇ, ਸਾਰੀ ਜਿਹੜੀ ਮਨੀ ਐਕਸਚੇਂਜਾਂ ਹੁੰਦੀਆਂ ਨੇ, ਉਹ ਜਿੱਥੋਂ ਪੈਸਾ ਅੱਗੇ ਪਿੱਛੇ ਜਾਂਦਾ ਹੈ, ਉਹ ਸਾਰਾ ਵਜ਼ੀਰੇ ਦਾਖਲਾ ਦੇ ਥੱਲੇ। ਮਨੀ ਲਾਂਡਰਿੰਗ ਜਿਹਨੂੰ ਆਉਂਦੇ ਨੇ, ਐਆਨ ਅਲੀ ਵਾਲਾ ਕੰਮ ਸਾਰਾ ਚੇਤੇ ਕਰੋ। ਅਗਲਿਆਂ ਘਰ ਹੀ ਲਾ ਲਈ ਮਸ਼ੀਨ ਆਪਣੀ, ਉਹਨਾਂ ਨੇ ਕਿਹਾ ਹੁਣ ਘਰ ਹੀ ਲਾ ਲਓ, ਆਪਣਾ ਹੀ ਰੱਖੋ, ਸਾਬਰ ਮਿੱਠੂ ਪਲੱਸ ਲਾਂਚ ਕਰੋ, ਛੱਡੋ ਬਾਕੀਆਂ ਗੱਲਾਂ। ਉਹ ਜਨਾਬੇ ਵਾਲਾ ਸਾਰੇ ਏਅਰਪੋਰਟ ਉਹਨਾਂ ਦੇ ਥੱਲੇ, ਇਹ ਜਿਹੜੇ ਤੁਸੀਂ ਜਾ ਕੇ ਡਾਲਰ ਸ਼ਾਲਰ ਵਟਾਉਂਦੇ ਹੋ ਦੁਕਾਨਾਂ ਦੇ ਉੱਤੇ, ਮਨੀ ਐਕਸਚੇਂਜ ਹੁੰਦੇ ਨੇ ਜਿਹੜੇ, ਜਿੱਥੇ ਡਾਲਰ ਰਿਆਲ ਵਟਾਉਂਦੇ ਹੋ, ਉਹ ਵੀ ਉਹਦੇ ਥੱਲੇ ਵਜ਼ੀਰੇ ਦਾਖਲਾ ਦੇ ਥੱਲੇ। ਜਿੰਨੇ ਮਰਜ਼ੀ ਪੈਸੇ ਵਟਾਓ, ਫਿਰ ਏਅਰਪੋਰਟ ਦਾ ਕਸਟਮ ਸਾਰਾ ਸਿਸਟਮ ਉਹਦੇ ਥੱਲੇ, ਜਿੰਨੇ ਮਰਜ਼ੀ ਬਾਹਰ ਕੱਢੋ, ਰੌਲਾ ਹੀ ਕੋਈ ਨਹੀਂ। ਉਹਦੇ ਥੱਲੇ ਜਿਹੜਾ ਹੈ ਨਾ ਜੀ, ਉਹ ਐਂਟੀ ਨਾਰਕੋਟਿਕਸ ਵੀ, ਇਹ ਜਿਹੜੀ ਮਨਸ਼ੀਆਤ ਵਾਲੇ ਨੇ। ਉਸ ਤੋਂ ਬਾਅਦ ਉਹਦੇ ਥੱਲੇ ਜਿਹੜਾ ਜਨਾਬੇ ਵਾਲਾ ਸਾਰੀਆਂ ਪੋਰਟਾਂ, ਇਹ ਜਿੰਨੇ ਵੀ ਆਉਣੇ ਨੇ, ਉੱਥੇ ਵੀ ਕਸਟਮ ਵਾਲੇ ਸਾਰੇ ਬਹਿੰਦੇ ਨੇ, ਜਿੱਥੇ ਬਾਹਰੋਂ ਮਾਲ ਆਉਂਦਾ ਇੰਪੋਰਟ ਹੁੰਦਾ, ਉਹ ਸਾਰਾ ਵੀ ਉਹਦੇ ਥੱਲੇ। ਲੇਵੀਜ਼ ਉਹਦੇ ਥੱਲੇ, ਬਾਰਡਰ ਫੋਰਸਿਸ ਉਹਦੇ ਥੱਲੇ, ਮਤਲਬ ਕਿ FIA ਉਹਦੇ ਥੱਲੇ, ਮਨੀ ਲਾਂਡਰਿੰਗ ਦੀ ਇਨਵੈਸਟੀਗੇਸ਼ਨ ਉਹਦੇ ਥੱਲੇ। ਜਿਹਨੂੰ ਮਰਜ਼ੀ ਲੰਮਿਆਂ ਪਾ ਲਓ, ਜਿਹਨੂੰ ਮਰਜ਼ੀ ਸਿੱਧਾ ਕਰ ਲਓ। ਅਤੇ ਨਵਾਂ ਚੌਧਰੀ ਨਿਜ਼ਾਮਦੀਨ ਅਤੇ ਨਵਾਂ ਜਿਹੜਾ ਨਾ, ਉਹ ਤੁਸੀਂ ਇਹ ਆਖੋ ਕਿ ਜੀ ਨਵਾਂ ਸਾਬਰ ਮਿੱਠੂ, ਅਤੇ ਇਹ ਮੋਹਸਨ ਨਕਵੀ ਸਾਹਿਬ ਨਵੇਂ ਸਾਬਰ ਮਿੱਠੂ ਪਲੱਸ ਨੇ। ਹੁਣ ਇਹ ਕੰਮ ਵੀ ਪਾਉਣਗੇ ਦਬਾ ਕੇ, ਤੁਸੀਂ ਵੇਖੋਗੇ ਆਉਣ ਵਾਲੇ ਦਿਨਾਂ ਦੇ ਵਿੱਚ, ਅਤੇ ਸਿੱਧਿਆਂ ਵੀ ਕਰ ਦੇਣਗੇ ਅਤੇ ਪੱਧਰਿਆਂ ਵੀ ਕਰ ਦੇਣਗੇ। ਅਤੇ ਜਿਹੜੇ ਕੰਮ ਪਹਿਲਾ ਸਾਬਰ ਮਿੱਠੂ ਪਾ ਕੇ ਗਿਆ ਹੈ ਨਾ,
ਉਹ ਤੁਸੀਂ ਭੁੱਲ ਜਾਓਗੇ ਜਿਹੜੇ ਕੰਮ ਹੁਣੇ ਨਵਾਂ ਸਾਬਰ ਮਿੱਠੂ ਪਾਏਗਾ। ਉਹ ਤੇ ਅਜੇ ਖਿਲਾਰੇ ਤੁਸੀਂ ਕੁੰਜਦੇ ਫਿਰਦੇ ਜੇ। ਮੈਂ ਪਾਕਿਸਤਾਨੀ ਕੌਮ ਦੀ ਗੱਲ ਕਰਦਾ, ਉਹਦੀ ਕੀਮਤ ਤੇ ਅਸੀਂ ਅਜੇ ਦਿੰਦੇ ਫਿਰਦੇ ਹਾਂ। ਇਹ ਜਿਹੜਾ ਨਵਾਂ ਸਾਬਰ ਮਿੱਠੂ ਹੈ, ਜਿਹੜਾ ਟੀਕਾ ਇਹ ਭਰ ਕੇ ਲਾਏਗਾ ਨਾ, ਉਹ ਤੁਹਾਡੀ ਸੋਚ ਤੋਂ ਵੀ ਵੱਧ ਹੈ ਤੇ ਉਹ ਤੁਹਾਡੀ ਸੋਚ ਤੋਂ ਵੀ ਅੱਗੇ ਹੈ। ਤੁਸੀਂ ਮੇਰਾ ਖਿਆਲ ਸੋਚ ਵੀ ਨਹੀਂ ਸਕਦੇ ਜਿਹੜਾ ਟੀਕਾ ਉਹਨੇ ਲਾ ਛੱਡਣਾ ਹੈ। ਇਸ ਵਾਸਤੇ ਅੱਜ ਤੁਹਾਡੇ ਸਾਹਮਣੇ ਇਹੀ ਚਾਨਣ ਪਾਉਣਾ ਸੀ ਕਿ ਨਵਾਂ ਚੌਧਰੀ ਨਿਜ਼ਾਮਦੀਨ ਤੇ ਨਵਾਂ ਸਾਬਰ ਮਿੱਠੂ ਲਾਂਚ ਹੋ ਗਿਆ ਤੇ ਹੁਣ ਪੰਜਾਬੀਓ ਤੇ ਪਾਕਿਸਤਾਨੀਓ ਤਗੜੇ ਹੋ ਜਾਓ, ਆਪਣਾ ਬਿਲਾ ਕਰ ਲਓ। ਸਾਡੇ ਤੇ ਨਹੀਂ ਰਹਿਣਾ, ਧਿਆਨ ਨਾਲ ਰਹਿਣਾ, ਮਤਲਬ ਸਾਡੇ ਤੇ ਨਹੀਂ ਰਹਿਣਾ, ਧਿਆਨ ਨਾਲ ਰਹਿਣਾ। ਆਪਣੀ ਹਰ ਸ਼ੈ ਕੁੰਝ ਕੇ ਰਹਿਣੀ ਹੈ, ਕਿਉਂਕਿ ਮਾਰਕੀਟ ਦੇ ਵਿੱਚ ਸਾਬਰ ਮਿੱਠੂ ਪਲੱਸ ਆ ਗਿਆ ਤੇ ਕੰਮ ਵੀ ਹੁਣ ਪਲੱਸ ਹੀ ਪਾਏਗਾ। ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਿਉਂਕਿ ਅੱਜ ਕੱਲ੍ਹ ਉੱਥੇ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਸਾਡਾ ਵੀਲੌਗ ਲੋਕਾਂ ਤੱਕ ਨਾ ਅਪੜੇ, ਲੋਕੀ ਨਾ ਵੇਖ ਸਕਣ, ਇਹਨੂੰ ਬੰਦ ਕਰਨ ਦਾ ਪੂਰਾ ਸਿਸਟਮ ਕੀਤਾ ਹੋਇਆ ਹੈ। YouTube ਦੇ ਵਿੱਚੋਂ ਇਹਦਾ ਲਿੰਕ ਕਾਪੀ ਕਰਿਆ ਕਰੋ ਤੇ ਇਹਨੂੰ ਆਪਣੇ ਸੱਜਣਾ ਬੇਲੀਆਂ ਨੂੰ ਗਾਂਹ ਭੇਜਿਆ ਕਰੋ ਤਾਂ ਕਿ ਲੋਕੀ ਸੁਣ ਸਕਣ ਤੇ ਉਹਨਾਂ ਨੂੰ ਚਾਨਣ ਲੱਭੇ। ਰੱਬ ਰਾਖਾ।